ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਸਾਡੇ ਪ੍ਰੋਗਰਾਮ ਦੇ ਵਿੱਚ ਜਨਾਬ ਇੱਕ ਮੰਗੋਵਾਲ ਸ਼ਰਕੀ ਦੀ ਮਸ਼ਹੂਰ ਸਿਆਸੀ ਸਮਾਜੀ ਕਾਰੋਬਾਰੀ ਸ਼ਖਸੀਅਤ ਜਨਾਬ ਜਿਨ੍ਹਾਂ ਦੇ ਨਾਲ ਤੁਹਾਡੇ ਇਸ ਵੇਲੇ ਤਾਰਫ ਕਰਾਂਗੇ ਚੌਧਰੀ ਸੁਫਿਆਨ ਅਲੀ ਵੜੈਚ ਸਾਹਿਬ। ਇਹਨਾਂ ਕੋਲੋਂ ਅਸੀਂ ਇਹਨਾਂ ਦੀ ਜ਼ਿੰਦਗੀ ਦੇ ਬਾਰੇ 'ਚ ਔਰ ਸੋਸ਼ਲ ਮੀਡੀਆ ਦੇ ਬਾਰੇ 'ਚ ਕੁਝ ਚੰਦ ਸਵਾਲਾਤ ਪੁੱਛਾਂਗੇ ਕਿ ਜਿਹੜੇ ਸਾਡੇ ਭਾਈ ਵੀਰ ਸੋਸ਼ਲ ਮੀਡੀਆ ਇਸਤੇਮਾਲ ਕਰਦੇ ਨੇ ਉਹਨਾਂ ਦੇ ਵਾਸਤੇ ਇਹ जनाब अपनी डिवाइस देंगे, अपने समझो को बयान जारी करेंगे या अपना इन्हां दी जिहड़ा कोई समझ दे विच सोशल मीडिया के हवाले नाल कोई भी इन्हां वर्क कीता है उस हवाले नाल पैगाम देंगे जी। अस्सलाम वालेकुम चौधरी सुफियान अली साहब जी। वालेकुम सलाम। की हाल जनाब चौधरी साहब? अल्लाह दा करम। मैं जी तुसीं सुनाओ ठीक ठाक हो? अल्लाह दे करम। सेहत तबीयत कैसी है? दुआ जनाब। सांझा जलालपुर जट्टां कैसा चल रहा तुहाडा? मैं जी अल्लाह दे करम जनाब, भरावां दीयां दुआवां ने जनाब। बड़ा माशाअल्लाह तुहानू अल्लाह ने बड़ी इज्जत दी और प्रीज़ आई मिली इस चैनल नू, बड़ी खुशी हुंदी है, नाले मादरी ज़बान जरा बड़ी समझ आउंदी है सारियां नू। ਇਹ ਬਿਲਕੁਲ ਗੱਲ ਠੀਕ ਹੈ। ਅਸੀਂ ਨਾ ਤੁਹਾਡੇ ਕੋਲੋਂ ਜਿਹੜਾ ਸੋਸ਼ਲ ਮੀਡੀਆ ਤੁਸੀਂ ਜਨਾਬ ਐਕਟਿਵ ਬੜੇ ਜਨਾਬ ਕਾਫੀ ਦੇਰ ਤੋਂ ਤਕਰੀਬਨ ਮੈਂ ਦੇਖ ਰਿਹਾ ਤੁਸੀਂ ਚਲਾ ਰਹੇ ਹੋ ਜੀ ਸੋਸ਼ਲ ਮੀਡੀਆ। ਇਸ ਸਵਾਲ ਨਾਲ ਜਿਹੜੀ ਹੈ ਸਾਡੀ ਅੱਜ ਕੱਲ ਦੀ ਪੈਗਾਮ ਹੈ, ਜਿਹੜੇ ਅੱਜ ਕੱਲ ਦੇ ਗੱਭਰੂ ਜਵਾਨ ਨੇ ਉਹਨਾਂ ਵਾਸਤੇ ਜਿਹੜੇ ਸੋਸ਼ਲ ਮੀਡੀਆ ਇਸਤੇਮਾਲ ਕਰਦੇ ਨੇ, ਮੋਬਾਈਲ ਯੂਜ਼ ਕਰਦੇ ਨੇ, ਕਿ ਵਿਹਲੇ ਬਹਿ ਕੇ ਜਨਾਬ ਉਹਨਾਂ ਵਾਸਤੇ ਕੀ ਪੈਗਾਮ ਦਿਓਗੇ? ਕਿਸ ਤਰ੍ਹਾਂ ਜਨਾਬ ਇਹਦੇ ਤੋਂ ਮੁਸਤਫੀਦ ਹੋ ਸਕਦੇ ਨੇ, ਕੋਈ ਪੈਸੇ ਕਮਾ ਸਕਦੇ ਨੇ ਜਿਹੜੇ ਵਿਹਲੇ ਨਖੱਟੂ ਬੰਦੇ ਫਿਰਦੇ ਨੇ, ਬੱਚੇ ਸਾਡੇ ਫਿਰਦੇ ਨੇ, ਉਹਨਾਂ ਵਾਸਤੇ ਕੀ ਪੈਗਾਮ ਜਨਾਬ? ਮੈਂ ਜੀ ਸਭ ਤੋਂ ਪਹਿਲਾਂ ਤੇ ਇਹ ਜਿਹੜੀ ਮੋਬਾਈਲ ਡਿਵਾਈਸ ਹੈ ਇਹ ਤੇ ਇਨਸਾਨ ਨੇ ਇਹਦੇ ਫਾਇਦੇ ਵਾਸਤੇ ਜਿੰਨੇ ਨੂੰ ਬਣਾਇਆ ਸੀ ਜੀ ਜੀ ਉਹਨੇ ਲੋਕਾਂ ਨੂੰ ਸਹੂਲਤ ਦੇਣ ਵਾਸਤੇ ਬਣਾਇਆ ਸੀ। ਠੀਕ ਹੈ ਕਿ ਕੋਈ ਕਿਸੇ ਦੀ ਆਸਾਨੀ ਹੋ ਜੇ। ਜੀ ਜੀ ਠੀਕ ਹੈ, ਤੁਹਾਡਾ ਹੁਣ ਸਮੁੰਦਰ ਪਾਰ ਭਾਈ ਵੀ ਕੋਈ ਬੈਠੇ ਹੈ ਤੇ ਤੁਸੀਂ ਬਾਸਾਨੀ ਤਰੀਕੇ ਨਾਲ ਉਹਦੇ ਤੱਕ ਅਪਰੋਚ ਕਰ ਲੈਂਦੇ ਹੋ। ਲੇਕਿਨ ਥੋੜੀ ਜਿਹੀ ਅਸੀਂ ਫਿਰ ਪਾਕਿਸਤਾਨ ਵਿੱਚ ਰਹਿੰਦੇ ਹਾਂ, ਬਦਕਿਸਮਤੀ ਇਸ ਤਰ੍ਹਾਂ ਹੋਈ ਕਿ ਮੈਂ ਸਮਝਣਾ ਕਿ ਹਰ ਬੰਦੇ ਕੋਲ ਯਾਨੀ ਕਿ ਟੱਚ ਆ ਗਿਆ। ਨਾਸਰ ਮਦਨੀ ਵਾਲੀ ਗੱਲ ਕਿ ਨੱਥੂ ਹੈ ਤੇ ਟੱਚ ਹੈ, ਫੱਤੂ ਹੈ ਤੇ ਟੱਚ ਹੈ, ਕੋਈ ਗਾਮਾ ਹੈ, ਮਾਝਾ, ਸਾਰੇ ਕੋਲ ਟੱਚ ਹੈ। ਲੇਕਿਨ ਬੜੀ ਤੁਸੀਂ ਸੋਹਣੀ ਗੱਲ ਕੀਤੀ ਕਿ ਨੌਜਵਾਨਾਂ ਵਾਸਤੇ ਜੀ ਜੀ ਇਹ ਮੋਬਾਈਲ ਸਿਰਫ ਹਾਲੀ ਸੈਲਫੀ ਬਣਾਉਣ ਵਾਸਤੇ ਨਹੀਂ ਹੈ, ਜਾਂ ਇਹ ਜਿਹੜਾ ਮੋਬਾਈਲ ਹੈ ਤੁਹਾਡੇ ਕੋਲ ਇਹ ਸਿਰਫ ਕੋਈ ਵੀਡੀਓ ਬਣਾਉਣ ਵਾਸਤੇ ਨਹੀਂ। ਯਕੀਨ ਜਾਣੋ ਕਿ ਇਸ ਮੋਬਾਈਲ ਤੋਂ ਤੁਸੀਂ ਬੜੇ ਸਾਰੇ ਫਾਇਦੇ ਲੈ ਸਕਦੇ ਹੋ। ਜੀ ਜੀ ਮੈਂ ਖੁਦ ਇਹਦਾ ਯੂਜ਼ਰ ਹਾਂ ਔਰ ਮੈਂ ਤਕਰੀਬਨ ਮੇਰਾ ਖਿਆਲ ਹੈ ਕਿ ਮੈਨੂੰ 12 ਸਾਲ ਹੋ ਗਏ ਨੇ ਕਿ ਮੈਂ ਐਂਡਰਾਇਡ ਫੋਨ ਯੂਜ਼ ਕਰਨਾ ਪਿਆ। ਠੀਕ ਹੈ ਤੇ ਇਸ ਚੀਜ਼ ਤੋਂ ਲੇਕਿਨ ਮੈਂ ਇਸ ਚੀਜ਼ ਤੋਂ ਹਮੇਸ਼ਾ ਫਾਇਦਾ ਲਿਆ। ਅੱਛਾ, ਦੂਸਰੀ ਮੈਂ ਤੁਹਾਡੇ ਕੋਲ ਪੁੱਛਣਾ ਚਾਹਾਂਗਾ, ਤੁਸੀਂ YouTube ਚੈਨਲ ਵੀ ਚਲਾਉਂਦੇ ਰਹੇ ਹੋ? ਜੀ ਬਿਲਕੁਲ। ਆਈ ਵੀ ਚਲਾ ਰਹੇ ਹੋ ਵਰਕਰ ਟੀਵੀ ਦਾ ਨਾਂ ਤੋਂ। ਇਸ ਤਰ੍ਹਾਂ ਹੀ ਮੈਂ ਉਸ ਸਵਾਲ ਨਾਲ ਤੁਹਾਨੂੰ ਪੁੱਛਾਂਗਾ ਕਿ ਜਿਹੜੀ ਅੱਜ ਕੱਲ ਦੀ ਨੌਜਵਾਨ ਗੱਭਰੂ ਜਵਾਨ ਜਿਹੜੀ ਨਸਲ ਹੈ ਉਹਨਾਂ ਵਾਸਤੇ ਉਹ YouTube ਕੀ ਚੀਜ਼ ਹੈ, ਜਾਂ ਕਿਸ ਤਰ੍ਹਾਂ ਉਹਨੂੰ ਮੋਨੇਟਾਈਜ਼ ਕਰਨਾ ਹੈ, ਜਾਂ ਕਿਸ ਤਰ੍ਹਾਂ ਉਹ ਮਾਮਲਾਤ ਕਰਨੇ ਨੇ ਜਿਹਦੇ ਤੋਂ ਜਿਹੜੀ ਅਰਨਿੰਗ ਸ਼ੁਰੂ ਹੋ ਜਾਏ ਸਰਕਾਰ? ਅੱਛਾ, ਮੈਂ ਜੀ ਇਹਦੇ ਚ ਦੋ ਤਿੰਨ ਚੀਜ਼ਾਂ ਨੇ। ਇੱਕ ਤੇ ਪਾਲਿਸੀ ਬੜੀ ਵਾਜ਼ਿਆ ਹੁੰਦੀ ਹੈ। ਠੀਕ ਹੈ ਠੀਕ ਹੈ, ਅਸੀਂ ਹਮੇਸ਼ਾ ਪਾਲਿਸੀ ਨੂੰ ਬੜਾ ਨਾ ਇਗਨੋਰ ਕਰਨੇ ਆ। ਠੀਕ ਹੈ, ਜਿਸ ਬੰਦੇ ਨੇ ਐਪਲੀਕੇਸ਼ਨਾਂ ਬਣਾਈਆਂ ਨੇ ਨਾ ਜੀ ਜੀ ਉਸ ਬੰਦੇ ਨੇ ਇਹਦਾ ਪੂਰਾ ਇੱਕ ਵਾਅਦਾ ਜ਼ਾਬਤ ਬਣਾਇਆ ਹੈ। ਠੀਕ ਹੈ, ਉਸ ਬੰਦੇ ਨੇ ਇਹਦੀ ਪੂਰੀ ਇੱਕ ਪਾਲਿਸੀ ਬਣਾਈ ਹੈ। ਸਾਨੂੰ ਅਰੇ ਲੱਗਦਾ ਹੈ ਕਿ ਯਾਰ ਉਹ ਫਲਾਣਾ ਬੰਦਾ ਪੈਸੇ ਕਮਾ ਰਿਹਾ ਤੇ ਮੈਂ ਕਿਉਂ ਨਹੀਂ ਕਮਾ ਸਕਦਾ। ਠੀਕ ਹੈ, ਲੇਕਿਨ ਇਹਦੇ ਚ YouTube ਜਿਹੜਾ ਨਾ ਉਹ ਇੱਕ ਇਹਦੇ ਚ ਕਾਪੀਰਾਈਟ ਸਿਸਟਮ ਹੈ। ਫਿਰ ਇਹਦੀ ਇੱਕ ਵਾਅਦਾ ਜ਼ਾਬਤ ਨੇ, ਜਿਸ ਤਰ੍ਹਾਂ ਕਿ ਗੂਗਲ ਤੋਂ ਤੁਹਾਨੂੰ ਬੜੀਆਂ ਫਾਸ਼ ਜਿਹੀਆਂ ਚੀਜ਼ਾਂ ਮਿਲ ਜਾਂਦੀਆਂ ਨੇ, YouTube ਤੋਂ ਨਹੀਂ ਮਿਲਦੀਆਂ। ਠੀਕ ਹੈ, ਕਿਉਂ ਕਿ ਇਹ YouTube ਨੇ ਬਣਾਇਆ, ਬਣਾਉਣ ਵਾਲੇ ਨੇ ਕਿ ਫੈਮਲੀਆਂ ਵੀ ਵੇਖਦੀਆਂ ਨੇ, ਜਿਸ ਤਰ੍ਹਾਂ ਦੀ ਮਰਜ਼ੀ ਇਹਦੇ ਚ ਚੀਜ਼ ਕਰੋ। ਇਹਦੀ ਪਾਲਿਸੀ ਦੇ ਮੁਤਾਬਕ ਤੁਸੀਂ ਚੱਲੋ ਨਾ ਤੇ ਇਹਦੇ ਚ ਬਹੁਤ ਫਾਇਦੇ ਨੇ। ਠੀਕ ਹੈ, ਕਿਉਂਕਿ ਮੈਂ ਜਿਸ ਵੇਲੇ YouTube ਮੈਂ ਸ਼ੁਰੂ ਕੀਤਾ ਸੀ ਤੇ ਮੈਂ ਉਸ 2016 ਚ YouTube ਸ਼ੁਰੂ ਕੀਤਾ ਸੀ ਔਰ 4 ਸਾਲ ਇਹਦੇ ਤੇ ਮੈਂ ਪ੍ਰੋਪਰ ਇੱਕ ਮਿਹਨਤ ਕੀਤੀ ਸੀ। ਇਸੇ ਦੌਰਾਨ ਮੇਰੇ 2-3 ਚੈਨਲ ਜਿਹੜਾ ਉਹ ਬੈਨ ਵੀ ਹੋਏ ਨੇ। ਕਿਉਂ? ਮੇਰੀ ਆਪਣੀ ਗਲਤੀ ਦੀ ਵਜ੍ਹਾ ਤੋਂ ਕਿ ਮੈਂ ਇਸ ਚੀਜ਼ ਨੂੰ ਜਾਣਦਾ ਨਹੀਂ ਸੀ, ਪਾਲਿਸੀ ਨਹੀਂ ਸੀ ਮੈਨੂੰ ਪਤਾ। ਤੇ ਇਹ ਚੀਜ਼ਾਂ ਹੁੰਦੀਆਂ ਨੇ, YouTube ਦੀ ਪਾਲਿਸੀ ਪੜੋ ਉਹ ਤੁਹਾਨੂੰ ਸਮਝ ਆ ਜਾਂਦੀ ਹੈ। ਠੀਕ ਹੈ ਜੀ। ਦੂਸਰਾ ਇਹ ਮੈਂ ਤੁਹਾਡੇ ਕੋਲ ਪੁੱਛਣਾ ਚਾਹਾਂਗਾ, ਜਿਹੜਾ YouTube ਦੇ ਵਿੱਚ ਕਿੰਨੇ ਕੁ ਸਬਸਕ੍ਰਾਈਬ ਹੋਣ ਬੰਦੇ, ਜਾਂ ਕਿੰਨੇ ਕੁ ਇਹਨੂੰ ਸਮਝ ਲਓ ਬੰਦਿਆਂ ਫਾਲੋ ਕੀਤਾ ਹੋਵੇ ਤੇ ਇਹ ਜਿਹੜੇ ਪੈਸੇ ਆਉਣੇ ਸ਼ੁਰੂ ਹੋ ਜਾਂਦੇ ਨੇ? ਅੱਛਾ ਮੈਂ ਜੀ ਹੁਣ ਤਾਂ ਨਾ ਅਟੈਚਮੈਂਟ ਨਾ ਐਪਲੀਕੇਸ਼ਨਾਂ ਹੋਰ ਵੀ ਆ ਗਈਆਂ ਨੇ ਵੈਸੇ, ਜਿਸ ਤਰ੍ਹਾਂ TikTok ਹੋ ਗਈ, Facebook ਪੇਜ ਹੋ ਗਿਆ, YouTube ਹੋ ਗਿਆ। ਹੁਣ ਇਹਨਾਂ ਨੂੰ ਇੱਕ ਕਿਸਮ ਦੇ ਪਲੇਟਫਾਰਮ ਦੇ ਤੌਰ ਤੇ ਨਾ ਵੇਖਿਆ ਜਾਂਦਾ ਹੈ। ਜੋ YouTube ਦਾ ਕ੍ਰਾਈਟੇਰੀਆ ਹੈ ਵੇ ਕਿ ਸਭ ਤੋਂ ਪਹਿਲਾਂ ਤੁਹਾਡਾ 1000 ਸਬਸਕ੍ਰਾਈਬਰ ਹੋਣਾ ਚਾਹੀਦਾ, 4000 ਵਾਚ ਟਾਈਮ ਹੋਣਾ ਚਾਹੀਦਾ। ਅੱਛਾ, ਉਹਨੂੰ ਕਰਨ ਵਾਸਤੇ ਚੀਜ਼ ਨੂੰ ਪਹਿਲਾਂ ਸਟੱਡੀ ਕਰ ਲੈਣਾ ਚਾਹੀਦਾ। ਮੈਂ ਤੇ ਨੌਜਵਾਨਾਂ ਨੂੰ ਵੀ ਔਰ ਸਾਰਿਆਂ ਨੂੰ ਇਹੀ ਕਹਾਂਗਾ
ਕਿ ਜੇ ਅਗਰ ਤੁਹਾਡੇ ਅੰਦਰ ਕੌਨਫੀਡੈਂਸ ਹੈ ਕਿਸੇ ਕਿਸਮ ਦੇ ਵੀ ਜੀ ਜੀ ਕੋਈ ਚੀਜ਼ ਤੁਸੀਂ ਐਸੀ ਰੱਖਦੇ ਹੋ ਕਿ ਯਾਰ ਵਲੌਗ ਮੈਂ ਬਣਾ ਸਕਦੇ ਹੋ, ਬੋਲ ਸਕਦੇ ਹੋ, ਸਪੀਚ ਕਰ ਸਕਦੇ ਹੋ, ਸਪੀਚ ਕਰ ਸਕਦੇ ਹੋ, ਤਕਰੀਰ ਕਰ ਸਕਦੇ ਤਕਰੀਰ ਹੋ, ਕਰ ਕੋਈ ਸਕਦੇ ਹੋ, ਗੱਲ ਕੁਝ ਵੀ, ਸੁਣਾ ਸਕਦੇ ਹੋ ਬੰਦਿਆਂ ਜਿਹਦੇ ਨੂੰ, 'ਚ ਫਾਇਦਾ ਹੋ ਸਕੇ ਮਾਸ਼ਰੇ ਨੂੰ ਵੀ, ਚੀਜ਼ਾਂ ਨੂੰ ਵੀ ਗੱਲ। ਮਿਲੇ, ਅੱਛੇ ਮੁਸਬਤ ਨਤਾਇਜ ਸਮਝਵਾਉਣ ਜੀ ਨਤਾਇਜ ਆਵਣ। ਜੀ ਜੀ ਉਹਦੇ 'ਚ ਮਹਿਰ ਜੀ ਫਿਰ ਇਹ ਹੁੰਦਾ ਹੈ ਕਿ YouTube ਦੀ ਅਗਰ ਤੁਸੀਂ ਇਹ ਦੋ ਪਾਲਿਸੀਆਂ ਜਿਹੜੀਆਂ ਨੇ ਪੂਰੀਆਂ ਕਰਦੇ ਹੋ, ਪਹਿਲਾ ਨੰਬਰ ਇੱਕ ਹੈ ਕਿ 1000 ਸਬਸਕ੍ਰਾਈਬਰ ਹੋਵੇ, ਠੀਕ ਹੈ ਦੂਜਾ 4000 ਵਾਚ ਟਾਈਮ ਹੋਵੇ, ਠੀਕ ਹੈ ਠੀਕ ਹੈ। ਇਹ ਜਿਸ ਤੋਂ ਤੁਹਾਡਾ ਪੂਰਾ ਹੋ ਜਾਂਦਾ ਹੈ ਉਸ ਤੋਂ ਬਾਅਦ ਇਹਦੀ ਕੋਈ ਲਿਮਿਟ ਵੀ ਹੈ ਜਾਂ ਜਿਸ ਟਾਈਮ 'ਚ ਵੀ ਪੂਰਾ ਹੋ ਜਾਏ? ਨਹੀਂ, 1 ਸਾਲ ਦੀ ਲਿਮਿਟ ਹੁੰਦੀ ਹੈ। ਅਗਰ ਸ਼ਾਰਟ ਵੀਡੀਓ ਜਿਹੜੀ ਉਹ ਤੇ 10 ਮਿਲੀਅਨ ਵਿਊ ਹੋਣਾ ਚਾਹੀਦਾ। ਨਹੀਂ, ਮੇਰਾ ਕਹਿਣ ਦਾ ਮਕਸਦ ਹੈ ਕਿ ਇਹ ਸਾਲ ਦੇ ਵਿੱਚ ਹੀ ਇੰਨੇ ਹੋਣ ਜਾਂ ਸਾਲ ਤੋਂ ਪਹਿਲਾਂ ਵੀ ਅਗਰ ਹੋ ਜਾਂਦੇ ਨੇ ਉਹਨੇ? ਸਰ ਬੇਸ਼ੱਕ 1 ਦਿਨ 'ਚ ਹੋ ਜੇ, ਹਾਂ ਇਹ ਗੱਲ ਕਰ ਰਹੇ ਨਾ ਜੀ। ਹਾਂ ਜੀ ਬੇਸ਼ੱਕ 1 ਦਿਨ 'ਚ ਹੋ ਜੇ, ਇਹਦਾ ਕੋਈ ਨਹੀਂ ਹੈ। ਠੀਕ ਹੈ ਹੁਣ ਇਹਦੇ ਦੂਸਰੇ ਪਾਸੇ ਹੁੰਨੇ ਆ ਕਿ ਇਹਦਾ YouTube ਜਿਹੜੀ ਹੈ ਨਾ, ਇਹਦਾ ਸਾਈਡ ਇਫੈਕਟ ਕੀ ਹੈ ਠੀਕ ਤੇ ਹੈ ਇਹਦਾ ਫਾਇਦਾ ਕੀ ਹੈ। ਜੀ ਜੀ ਸਭ ਤੋਂ ਪਹਿਲਾਂ ਤੇ ਇਹ ਹੈ ਕਿ YouTube ਕਿਸੇ ਦਾ ਕੰਟੈਂਟ, ਕਿਸੇ ਦੀ ਵੀਡੀਓ ਡਾਊਨਲੋਡ ਕਰਕੇ ਨਹੀਂ ਲਾ ਸਕਦਾ। YouTube ਨੂੰ ਉਸੇ ਪਤਾ ਲੱਗ ਜਾਂਦਾ। ਮੈਂ ਠੀਕ ਹੈ। ਹੁਣ ਤੁਸੀਂ ਵੀਡੀਓ ਰਿਕਾਰਡ ਕਰਦੇ ਹੋ ਨਾ, ਜੀ ਜੀ ਠੀਕ ਹੈ, ਤੇ ਤੁਸੀਂ ਜਿਸਲੇ ਆਪਣੇ YouTube ਤੇ ਵੀਡੀਓ ਲਾਣੀ ਹੈ ਨਾ, ਜੀ ਜੀ ਤੁਹਾਡੀ ਵੀਡੀਓ ਡਾਊਨਲੋਡ ਕਰਕੇ ਮੈਂ ਲਾਂਗਾ, ਮੈਨੂੰ ਕਾਪੀਰਾਈਟ ਆ ਜਾਂਦਾ। ਉਹਦਾ ਵਜ੍ਹਾ ਕੀ ਹੈ ਕਿ YouTube ਆਟੋਮੈਟਿਕ ਤੁਹਾਨੂੰ ਪੁੱਛੂ ਬਗੈਰ, ਮੈਨੂੰ ਪੁੱਛੂ ਬਗੈਰ ਤੁਹਾਡਾ ਇਹਨੇ ਰਜਿਸਟਰਡ ਕਰ ਲੈਣਾ ਹੈ, ਠੀਕ ਹੈ ਠੀਕ ਹੈ। ਇਹਦੇ ਮਾਲਕ ਫਿਰ ਤੁਸੀਂ ਹੋਗੇ ਹੋ। ਹਾਂ, ਠੀਕ ਹੈ ਤੁਹਾਡੇ ਕੋਲ ਪਰਮਿਸ਼ਨ ਇਸ ਤਰ੍ਹਾਂ ਲਈ ਜਾਂਦੀ ਹੈ ਕਿ ਅਗਰ ਤੁਹਾਡੀ ਵੀਡੀਓ ਹੈ, ਜੀ ਜੀ ਤੁਹਾਡੇ ਕੋਲ ਵੀਡੀਓ ਮੈਂ ਲੈ ਲੈਣਾ ਤੇ ਉਹਦੇ 'ਚ YouTube 'ਚ ਇੱਕ ਆਪਸ਼ਨ ਹੁੰਦਾ ਹੈ ਕਿ ਬਾਈ ਮੈਨੂੰ ਸਟ੍ਰਾਈਕ ਨਾ ਮਾਰੀ, ਠੀਕ ਹੈ ਮੈਨੂੰ ਕਾਪੀਰਾਈਟ ਨਾ ਆਵੇ, ਠੀਕ ਯਾਰ ਹੈ ਤੇਰੀ ਮਿਹਰਬਾਨੀ ਹੈ, ਸਹੀ ਹੈ ਠੀਕ ਹੈ। ਉਹ ਬੰਦੇ ਸਮਝ ਆ ਜਾਂਦੀ। ਠੀਕ ਹੈ ਅਗਰ ਇੰਜ ਹੋਣ ਲੱਗਦਾ ਕਿਸੇ ਦੀ ਵੀਡੀਓ ਲੈ ਕੇ ਚੱਕ ਕੇ ਲਾਣੀ, ਜੀ ਤੇ ਉਹ ਫਿਰ ਬੰਦਾ ਇਮਰਾਨ ਰਿਆਜ਼ ਦੀਆਂ ਜੀ ਜੀ ਹੋਰ ਕਈ ਨੇ ਜੀ ਲੱਗ ਜਾਂਦੀਆਂ। ਜੀ ਤੋ ਇਹ ਚੀਜ਼ਾਂ ਹੁੰਦੀਆਂ ਨੇ। ਫਿਰ ਇਹਦੇ 'ਚ ਇੱਕ ਮੇਨ ਚੀਜ਼ ਹੋਰ ਵੀ ਹੈ। ਜੀ ਜੀ ਇਹਦੀ ਇਹ YouTube ਇੱਕ ਐਸਾ ਪਲੇਟਫਾਰਮ ਹੈ ਜੀ ਜੀ ਜਿਹਦੀ ਪਾਲਿਸੀ ਸਮਝ ਕੇ ਪਹਿਲਾਂ ਨੂੰ ਸਿੱਖ ਕੇ ਅਗਰ ਤੁਸੀਂ ਚੱਲਦੇ ਰਹਿੰਦੇ ਹੋ ਨਾ, ਜੀ ਜੀ ਮੇਰਾ ਖਿਆਲ ਹੈ ਕਿ ਅਗਰ ਬੰਦਾ 4000 ਹੈ ਤੇ 4 ਸਾਲ ਮਿਹਨਤ ਕਰੇ ਨਾ ਠੀਕ ਹੈ ਟਕਾ ਕੇ, ਠੀਕ ਹੈ, ਬਿਨਾਂ ਨਾਗਾ, ਤੇ ਉਹਦੀ ਇਨਕਮ ਜਿਹੜੀ ਮੰਥਲੀ ਉਹ 3 ਤੋਂ 4 ਲੱਖ ਰੁਪਇਆ ਹੋ ਜਾਂਦੀ ਹੈ। ਠੀਕ ਹੈ ਮੈਂ ਤੁਹਾਨੂੰ ਆਪਣਾ ਦੱਸ ਦਿੰਦਾ ਕਿ ਮੈਂ 2016 'ਚ YouTube ਸ਼ੁਰੂ ਕੀਤਾ ਸੀ ਨਾ, ਠੀਕ ਹੈ ਤੇ ਮੇਰਾ 2020 'ਚ ਜਾ ਕੇ ਚੈਨਲ ਮੋਨਟਾਈਜ਼ ਹੋਇਆ ਸੀ, ਠੀਕ ਹੈ ਠੀਕ ਹੈ। ਸਹੀ ਕਵਰੇਜ ਕਰ ਕਰਕੇ, ਮਿਹਨਤ ਕਰ ਕਰਕੇ, ਠੀਕ ਲੇਕਿਨ ਹੈ। ਮੈਨੂੰ ਉਸੇ ਪਤਾ ਵੀ ਨਹੀਂ ਸੀ। ਠੀਕ ਹੈ ਯਾਨੀ ਕਿ ਮੈਂ ਆਪਣੇ ਤਜਰਬੇ ਆਪ ਹੀ ਕਰਦਾ ਰਿਹਾ। ਠੀਕ ਹੈ ਮੈਨੂੰ ਉਹਦੀ ਪਾਲਿਸੀ ਮੈਂ ਪੜ੍ਹੀ ਕੋਈ ਨਹੀਂ ਸੀ, ਮੈਨੂੰ ਪਤਾ ਨਹੀਂ ਸੀ। ਸਿਸਟਮ ਦਾ ਪਤਾ ਲੇਕਿਨ ਨਹੀਂ ਫਿਰ ਵੀ ਮੇਰਾ ਖਿਆਲ ਹੈ ਕਿ ਮੰਥਲੀ ਮੈਨੂੰ $100 ਲਾਜ਼ਮ ਆ ਜਾਂਦਾ ਸੀ। ਇਸ ਤੋਂ ਵਧੇ ਵੀ ਹੈ। ਇਸ ਤੋਂ ਵੱਧੇ ਵੀ ਆਏ ਨੇ। ਠੀਕ ਦੇਖੋ ਹੈ ਬਾਅਦ ਫਿਰ ਹਰ ਚੈਨਲ ਹੈਕ ਹੋ ਗਿਆ, ਉਹ ਅੱਛਾ, ਹੈਕ ਵੀ ਮੇਰੀ ਗਲਤੀ ਦੂਸਰਾ ਮੈਂ ਹੈ। ਤੁਹਾਨੂੰ ਪੁੱਛਣਾ ਚਾਹਾਂਗਾ, ਜਿਹੜੇ ਬੰਦੇ ਫੇਸਬੁੱਕ, ਚਲੋ ਕਈਆਂ ਨੂੰ YouTube ਦਾ ਪਤਾ ਹੈ, ਕਈ ਫੇਸਬੁੱਕ ਮੇਰੇ ਹਾਰ ਜੇ ਬੰਦੇ ਜਿਹਨਾਂ ਜੀ। ਪੇਜ ਚਲਾਉਂਦੇ ਨੇ, ਉਹਨਾਂ ਵਾਸਤੇ ਕੀ ਪੈਗਾਮ ਦੇਣਾ ਚਾਹੋਗੇ? ਉਹਦੇ 'ਚ ਕੀ ਕੋ ਸਿਸਟਮ ਹੈ? ਅੱਜ ਕੱਲ ਮੈਂ ਤੁਹਾਨੂੰ ਦੱਸਾਂ, ਫੇਸਬੁੱਕ ਸਭ ਤੋਂ ਜ਼ਿਆਦਾ ਫਾਇਦੇਮੰਦ ਇਸ ਟਾਈਮ ਫੇਸਬੁੱਕ ਪੇਜ ਹੈ। ਠੀਕ ਹੈ ਪਾਕਿਸਤਾਨ ਦੇ ਵਿੱਚ ਵੈਸੇ ਫੇਸਬੁੱਕ ਪੇਜ ਜਿਹੜਾ ਮੋਨੀਟਾਈਜ਼ ਨਹੀਂ ਹੈ, ਠੀਕ ਹੈ ਬੈਨ ਹੈ। ਠੀਕ ਹੈ ਲੇਕਿਨ ਲੋਕ ਕਰਦੇ ਕੀ ਨੇ ਕਿ ਲੋਕ ਜਿਹੜੇ ਪੇਡ VPN ਹੁੰਦੇ ਨੇ ਨਾ, ਉਹਨਾਂ ਨੂੰ ਖਰੀਦਦੇ ਨੇ ਠੀਕ ਹੈ ਔਰ ਉਹ ਪੇਡ VPN ਲੈ ਕੇ ਤੇ ਉਹਦੇ ਤੋਂ ਇਹਨੂੰ ਮੋਨੀਟਾਈਜ਼ ਵਗੈਰਾ ਕਰਦੇ ਨੇ, ਠੀਕ ਹੈ ਠੀਕ ਹੈ। ਉਹ ਲੋਕੇਸ਼ਨ ਬਾਹਰ ਦੀ ਟੁਰ ਜਾਂਦੀ ਹੈ, ਠੀਕ UK ਦੀ, USA, ਆ ਗਈ ਸਾਰੀ। ਸਮਝ। ਸਭ ਤੋਂ ਜ਼ਿਆਦਾ ਜਿਹੜਾ ਇਸ ਟਾਈਮ ਰੈਵਨਿਊ ਦੇ ਰਿਹਾ ਫੇਸਬੁੱਕ ਪੇਜ ਦੇ ਰਿਹਾ। ਲੇਕਿਨ ਫੇਸਬੁੱਕ ਪੇਜ ਦੀ ਵੀ ਜਿਹੜੀ ਨੇ ਇੱਕ ਲਿਮਟ ਹੈ, ਉਹਦੀ ਵੀ ਇੱਕ ਪਾਲਿਸੀ ਹੈ, ਠੀਕ ਹੈ ਠੀਕ ਹੈ। ਹੁਣ ਆਖਰ ਤੇ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸਣਾ, ਠੀਕ ਹੈ ਇਸ ਤੋਂ ਬਾਅਦ ਇੱਕ ਆਟੋਮੇਸ਼ਨ ਆ ਜਾਂਦਾ ਹੈ ਠੀਕ ਹੈ ਫੇਸਬੁੱਕ ਵਿੱਚ ਔਰ YouTube ਨੇ ਵੀ ਕੱਢਿਆ। ਠੀਕ ਹੈ ਉਹ ਦੋਵੇਂ ਆਟੋਮੇਸ਼ਨ ਤੋਂ ਅਗਰ ਤੁਸੀਂ ਆਟੋਮੇਸ਼ਨ ਦਾ ਕੋਰਸ ਸਹਿ ਜਾਂਦੇ ਹੋ ਨਾ, ਠੀਕ ਹੈ ਉਹਨੂੰ ਸਮਝ ਲੈਂਦੇ ਹੋ ਕਿ ਆਟੋਮੇਸ਼ਨ ਹੈ ਕੀ ਹੈ। ਤੁਹਾਡੇ ਕੋਲ ਇੱਕ ਲੈਪਟਾਪ ਹੋਣਾ ਚਾਹੀਦਾ ਹੈ ਠੀਕ ਹੈ ਆਪਣਾ। ਤੁਸੀਂ ਅਗਰ YouTube ਨੂੰ ਦੱਸਦੇ ਹੋ ਕਿ ਮੈਂ ਰੈਗੂਲਰ ਕੰਮ ਕਰ ਰਿਹਾ, ਠੀਕ ਹੈ Facebook ਨੂੰ ਦੱਸਦੇ ਹੋ ਕਿ ਯਾਰ ਮੇਰੀ ਰੈਗੂਲਰ ਵੀਡੀਓ ਆ ਰਹੀ ਠੀਕ ਹੈ, ਹੈ ਮੇਰੀ ਇਸ ਟੌਪਿਕ ਤੇ ਵੀਡੀਓ ਆ ਰਹੀ ਹੈ, ਸਹੀ ਹੈ ਔਰ ਇਸ ਆਡੀਅנס ਤੱਕ ਵੀਡੀਓ ਪਹੁੰਚੇ। ਹੁਣ ਤੁਹਾਡੀ ਵੀਡੀਓ ਤੇ ਵੀ ਡਿਪੈਂਡ ਕਰਦਾ ਹੈ। ਠੀਕ ਹੈ ਕੈਮਰਾ ਅੱਛਾ ਹੋਣਾ ਜਾਂ ਤੁਹਾਡਾ ਮੋਬਾਈਲ ਅੱਛਾ ਹੋਣਾ ਜ਼ਰੂਰੀ ਨਹੀਂ, ਨਹੀਂ ਤੁਹਾਡਾ ਕੰਟੈਂਟ ਕੀ ਹੈ ਔਰ ਕੰਟੈਂਟ ਉਹਨਾਂ ਲੋਕਾਂ ਤੱਕ ਜਾਣਾ ਚਾਹੀਦਾ ਹੈ, ਸਮਝ ਜੀ ਠੀਕ ਹੈ। ਹੁਣ ਬਿਲ ਫਰਜ਼ ਕਰੋ ਕਿ ਇੱਕ ਪਾਕਿਸਤਾਨ ਦਾ ਸਭ ਤੋਂ ਵੱਡਾ ਐਸਾ ਯੂਟਿਊਬਰ ਹੈ ਜੀ ਰਜਬ ਬੱਟ ਹੈ, ਠੀਕ ਹੈ ਠੀਕ ਹੈ। ਉਹਨੂੰ ਲੋਕ ਕਿਉਂ ਵੇਖਦੇ ਨੇ? ਉਹ ਸਿਰਫ ਬੀਬੀਆਂ ਵਹਾਂਦਾ ਹੈ, ਗੱਲਾਂ ਬਾਤਾਂ ਕਰਦਾ ਹੈ, ਜਾਂ ਆਪਣੀ ਫੈਮਿਲੀ ਦੇ ਰਿਲੇਟਡ ਜੀ, ਸਾਰੀਆਂ ਜੀ। ਗੱਲਾਂ ਖੋਲ ਕੇ ਕਿਤਰਦਾ। ਉਹਨੂੰ ਲੋਕ ਸਿਆਸੀ ਲੋਕ ਜਿਹੜੇ ਸਿਆਸੀ ਚੀਜ਼ਾਂ ਨੂੰ ਵੇਖਣ ਵਾਲੇ ਨੇ, ਉਹ ਲੋਕ ਹੋਰ ਹੁੰਦੇ ਨੇ। ਠੀਕ ਹੈ ਯਾਨੀ ਕਿ ਆਡੀਅנס ਜਿਹੜੀ ਹੈ ਨਾ, ਜਿਹੜੀ ਵੇਖਣ ਵਾਲੀ ਹੈ ਜੀ ਜੀ ਤੁਹਾਨੂੰ ਔਰ ਸਾਨੂੰ, ਉਹ ਡਿਫਰੈਂਟ ਹੋ ਜਾਂਦੀ ਹੈ, ਯਾਨੀ ਠੀਕ ਕੋਈ ਡਿਵਾਈਡ ਹੋ ਜਾਂਦੀ। ਅੱਛਾ, ਛੋਟਿਆਂ ਬੱਚਿਆਂ ਵਾਸਤੇ ਜਨਾਬ ਕੀ ਪੈਗਾਮ, ਜਿਹੜੇ ਅੱਜ ਕੱਲ ਜ਼ਿਆਦਾ ਸੋਸ਼ਲ ਮੀਡੀਆ, ਸਾਡੇ ਬੱਚੇ ਨੇ ਛੋਟੇ, ਸਮਝ ਲਓ ਕਮ ਉਮਰ ਬੱਚੇ, ਉਹਨਾਂ ਵਾਸਤੇ ਕੀ ਨੁਕਸਾਨਾਤ ਨੇ ਇਹਦੇ ਸੋਸ਼ਲ ਮੀਡੀਆ ਦੇ? ਮੇਰਾ ਖਿਆਲ ਹੈ ਕਿ ਮੇਰਾ ਵਾਲਿदैन ਵਾਸਤੇ ਪੈਗਾਮ ਹੈ ਕਿ ਜਿਹੜਾ ਬੱਚਾ 15 ਸਾਲ 18 ਸਾਲ ਤੋਂ ਘੱਟ ਹੈ ਨਾ, ਉਹਨੂੰ ਵੈਸੇ ਤਾਂ ਮੋਬਾਈਲ ਨਹੀਂ ਲੈ ਕੇ ਦੇਣਾ ਚਾਹੀਦਾ। ਠੀਕ ਹੈ ਤੇ ਜੇ ਅਗਰ ਤੁਸੀਂ ਲੈ ਕੇ ਦਿੱਤੇ ਹੈ ਤੇ ਉਹਦੇ ਵਿੱਚੋਂ 3 ਤੋਂ 4 ਐਪਲੀਕੇਸ਼ਨਾਂ ਜਿਹੜੀਆਂ ਨੇ ਉਹ ਤੇ ਨਾ ਮੋਬਾਈਲ 'ਚ ਰੱਖੋ, ਠੀਕ ਜਾਂ ਉਹਨੂੰ ਉਹਦੀ ਭਣਕ ਹੀ ਨਾ ਲੱਗਣ ਦਿਓ। ਠੀਕ ਹੈ
ਨੰਬਰ 1 ਉਹਨੂੰ ਟਿਕਟੌਕ ਜਿਹੜੀ ਉਹ ਨਹੀਂ ਹੋਣੀ ਚਾਹੀਦੀ। ਬੱਚੇ ਛੋਟਿਆਂ ਤੇ ਗੱਲ ਕਰ ਰਹੇ ਠੀਕ ਸਹੀ ਹੈ। ਠੀਕ ਹੈ, ਕਿਉਂਕਿ ਇਹ ਜ਼ਿਹਨੀ ਅਸਰ ਅੰਦਾਜ਼ ਹੁੰਦਾ ਹੈ। ਇਹ ਨੀ ਕਿਉਂ ਗਾ, ਅਸਰ ਅੰਦਾਜ਼ ਮੈਰਿਜ ਹੁੰਦਾ ਹੈ? ਅੱਛੀਆਂ ਵੀ ਹੈ ਨੇ ਵੀਡੀਓ ਹਾਂ। ਤੇ ਮਾੜੀਆਂ ਵੀ ਹੈ ਨੇ। ਇਹ ਅਸਰ ਅੰਦਾਜ਼ ਕਿਉਂ ਹੁੰਦਾ ਹੈ? ਉਹ ਠੀਕ ਮੈਂ ਹੈ। ਤੁਹਾਡੇ ਨਾਲ ਕਿਉਂ ਗੱਲ ਕੀਤੀ ਜੀ, ਹੈ? ਜੀ। ਅਸਰ ਅੰਦਾਜ਼ ਇਸ ਵਕਤ ਹੁੰਦਾ ਹੈ ਕਿ ਦੇਖੋ ਮਾੜੇ ਕੋਲ ਵੀ ਮੋਬਾਈਲ ਹੈ, ਤਗੜੇ ਕੋਲ ਇਹ ਵੀ ਨਹੀਂ ਗੱਲ, ਮੋਬਾਈਲ, ਬਿਲਕੁਲ ਗੱਲ ਇਹ ਠੀਕ ਜ਼ੇਨ ਤੇ ਬੜਾ ਇਫੈਕਟ ਕਰਦਾ ਹੈ। ਇਹ ਨਹੀਂ ਗੱਲ। ਠੀਕ ਹੈ, ਅਸੀਂ ਉਹ ਅਜੀਬ ਚੀਜ਼ਾਂ ਦੇਖਨੇ ਆ, ਜੀ ਜੀ ਇਹ ਚੀਜ਼ਾਂ ਹੁੰਦੀਆਂ ਨੇ। ਹਾਂ, ਇੱਕ ਚੀਜ਼ ਹੋਰ ਵੀ ਹੈ, ਅਗਰ ਤੁਹਾਡਾ ਬੱਚਾ ਜ਼ਹੀਨ ਹੈ, ਟੈਲੈਂਟ ਹੈ, ਜੀ ਜੀ ਤੇ ਫਿਰ ਤੁਸੀਂ ਮਾਮਲਾਤ ਕਰ ਲੈ ਸਕਦੇ ਹੋ। ਠੀਕ ਹੈ। ਮੈਂ ਜਨਾਬ ਆਪਣੇ ਪ੍ਰੋਗਰਾਮ ਦੇ ਤਵੱਸਲ ਦੇ ਨਾਲ ਜਿਹੜੇ ਭਾਈ ਸਾਡੇ ਸੋਸ਼ਲ ਮੀਡੀਆ ਇਸਤੇਮਾਲ ਕਰਦੇ ਨੇ ਉਹਨਾਂ ਨੂੰ ਪੈਗਾਮ ਦੇਣਾ ਚਾਹਾਂਗਾ, ਸਾਡਾ ਪ੍ਰੋਗਰਾਮ ਅਗਰ ਅੱਛਾ ਲੱਗੇ ਤੇ ਚੰਗਾ ਲੱਗੇ ਤੇ ਇਹਨੂੰ ਸ਼ੇਅਰ ਤੇ ਲਾਜ਼ਮੀ ਕਰਨਾ ਜਨਾਬ। ਸ਼ੇਅਰ ਤੇ ਕਮੈਂਟ ਵੀ ਲਾਜ਼ਮੀ ਆਪਣੀ ਰਾਏ ਦਾ ਵੀ ਇਜ਼ਹਾਰ ਕਰਨ। ਸਾਰੇ ਮੇਰੇ ਵੀਰ ਭਾਈਆਂ ਨੂੰ, ਮੇਰੇ ਸੁਣਨ ਵਾਲਿਆਂ ਨੂੰ ਜਨਾਬ ਰੱਬ ਰੱਖਾ।